ਅੱਜ ਦਾ ਲੈਕਚਰ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇੱਕ ਲੈਸਨ ਅੱਜ ਦੀ ਕਲਾਸ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਗਣਿਤ ਦਾ ਅਧਿਆਇ ਹੈ ਸਾਡੇ ਕੋਲ ਦਸ਼ਮਲਵ ਦੇ ਵਿੱਚ ਇੱਕ ਟੌਪਿਕ ਹੈ ਦਸ਼ਮਲਵ ਸੰਖਿਆਵਾਂ ਦਾ ਜੋੜ। ਉਹਦੇ ਤੇ ਬੇਸਡ ਆਪਾਂ ਕੋਈ ਸਵਾਲ ਜਿਹੜੇ ਉਹ ਹੱਲ ਕਰਾਂਗੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਨੋਟਬੁੱਕ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਰੱਖ ਲਏ ਹੋਣਗੇ ਤਾਂ ਕਿ ਹਰ ਇੱਕ ਚੀਜ਼ ਨੂੰ ਹਰ ਇੱਕ ਦੱਸੇ ਜਾਂਦੇ ਫਾਰਮੂਲੇ ਨੁਕਤੇ ਨੂੰ ਤੁਸੀਂ ਨੋਟ ਵੀ ਕਰ ਸਕੋ ਤੇ ਜਿਹੜੇ ਸਵਾਲ ਅਸੀਂ ਅੱਜ ਇਸ ਕਲਾਸ ਦੇ ਵਿੱਚ ਹੱਲ ਕਰਨ ਜਾ ਰਹੇ ਹਾਂ ਉਹ ਸਵਾਲ ਵੀ ਤੁਸੀਂ ਮੇਰੇ ਨਾਲ ਹੱਲ ਕਰਨੇ ਨੇ। ਠੀਕ ਹੈ ਵਿਦਿਆਰਥੀਓ, ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। तो सब तो पहला सवाल साडे कोल है जोड़ पता करो। हाँ जी, तो जोड़ किस किस दा असीं पता करना है। साडे कोल पहला सवाल है इहदे विच 15 जमा 0.632 जमा 13.8। ठीक है, इन्हां तिन्नां संख्यावां दा असीं जिहड़ा जोड़ है वो पता करना है। ठीक है, तो ਇਹਦੇ ਵਿੱਚੋਂ ਸਭ ਤੋਂ ਪਹਿਲਾਂ ਜੇ ਪਹਿਲੀ ਸੰਖਿਆ ਆਪਾਂ ਦੇਖੀਏ 15, ਇਹਦੇ ਵਿੱਚ ਸਾਡੇ ਕੋਲ ਕਿਤੇ ਵੀ ਦਸ਼ਮਲਵ ਜਿਹੜਾ ਉਹ ਨਹੀਂ ਹੈਗਾ। ਦੂਸਰੀ ਸੰਖਿਆ ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਬਾਅਦ ਸਾਡੇ ਕੋਲ 3 ਅੰਕ ਨੇ ਔਰ ਤੀਜੀ ਜਿਹੜੀ ਸਾਡੇ ਕੋਲ ਸੰਖਿਆ ਹੈ ਉਹਦੇ ਵਿੱਚ ਦਸ਼ਮਲਵ ਤੋਂ ਬਾਅਦ ਸਾਡੇ ਕੋਲ 1 ਅੰਕ ਹੈ। ਜਿਵੇਂ ਕਿ ਅਸੀਂ ਦੇਖਿਆ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਦਸ਼ਮਲਵ ਤੋਂ ਬਾਅਦ ਵਾਲੇ ਅੰਕ ਹਰੇਕ ਸੰਖਿਆ ਦੇ ਵਿੱਚ ਉਹ ਬਰਾਬਰ ਹੋਣੇ ਚਾਹੀਦੇ ਨੇ ਤੇ ਦਸ਼ਮਲਵ ਤੋਂ ਪਹਿਲਾਂ ਵਾਲੇ ਅੰਕ ਵੀ ਉਹਨਾਂ ਦੀ ਗਿਣਤੀ ਵੀ ਬਰਾਬਰ ਹੋਣੀ ਚਾਹੀਦੀ ਹੈ। ਤਾਂ ਉਹਨੂੰ ਅਸੀਂ ਕਿਵੇਂ ਕਰਦੇ ਹਾਂ, ਜਿਹੜਾ ਸਾਡੇ ਕੋਲ 15 ਹੈ, 15 ਕੋਈ ਵੀ ਸੰਖਿਆ ਜਿਹਦੇ ਵਿੱਚ ਸਾਡੇ ਕੋਲ ਦਸ਼ਮਲਵ ਨਹੀਂ ਹੁੰਦਾ, ਇਹਦਾ ਮਤਲਬ ਉਹਦੇ ਬਾਅਦ ਵਿੱਚ ਸਾਡੇ ਕੋਲ ਜਿਹੜਾ ਅਖੀਰ ਦੇ ਵਿੱਚ ਦਸ਼ਮਲਵ ਹੁੰਦਾ ਹੈ। ਤਾਂ 15 ਨੂੰ ਅਸੀਂ ਲਿਖ ਸਕਦੇ ਹਾਂ 15.000। ਠੀਕ ਹੈ, 15.000। ਇਸ ਤੋਂ ਬਾਅਦ ਦੂਜੀ ਜਿਹੜੀ ਸੰਖਿਆ ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 00.632। ਇਸ ਤੋਂ ਬਾਅਦ ਜਿਹੜੀ ਤੀਸਰੀ ਸੰਖਿਆ ਹੈ ਸਾਡੇ ਕੋਲ ਉਹਨੂੰ ਅਸੀਂ ਲਿਖ ਸਕਦੇ ਹਾਂ 13.800। ਠੀਕ ਹੈ, ਹੁਣ ਤੁਸੀਂ ਦੇਖ ਸਕਦੇ ਹੋ ਕਿ ਹਰ ਸੰਖਿਆ ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਬਾਅਦ ਜਿਹੜੀ ਅੰਕਾਂ ਦੀ ਗਿਣਤੀ ਹੈ ਉਹ ਸਾਡੇ ਕੋਲ ਇੱਕ ਸਮਾਨ ਹੈ। ਇਸੇ ਤਰ੍ਹਾਂ ਦਸ਼ਮਲਵ ਤੋਂ ਪਹਿਲਾਂ ਵਾਲੇ ਅੰਕਾਂ ਦੀ ਗਿਣਤੀ ਵੀ ਸਾਡੇ ਕੋਲ ਇੱਕ ਸਮਾਨ ਹੈ। ਹੁਣ ਅਸੀਂ ਇਹ ਸਾਰੀਆਂ ਸੰਖਿਆਵਾਂ ਦਾ ਜਿਹੜਾ ਜੋੜ ਕਰਾਂਗੇ। ਠੀਕ, ਸਭ ਤੋਂ ਪਹਿਲਾਂ 15.000, ਫਿਰ ਉਸ ਤੋਂ ਬਾਅਦ 2 ਸਿਫਰਾਂ ਨੇ ਸਾਡੇ ਕੋਲ ਤੇ 632। ਉਸ ਤੋਂ ਬਾਅਦ ਤੀਸਰੀ ਸੰਖਿਆ ਸਾਡੇ ਕੋਲ ਹੈ 13.800। ਠੀਕ ਹੈ, ਇਹਨਾਂ ਦਾ ਅਸੀਂ ਜੋੜਫਲ ਜਿਹੜਾ ਉਹ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ 1000ਵੇਂ ਅੰਕ ਤੋਂ ਜਿਹੜਾ ਸ਼ੁਰੂ ਕਰਨਾ ਹੈ। 0 ਜਮਾ 2 2 ਹੀ ਸਾਡੇ ਕੋਲ ਹੋਏਗਾ, 2 ਜਮਾ 0 ਵੀ 2 ਹੀ ਹੋਏਗਾ। ਤਾਂ ਹੱਲ ਦੇ ਵਿੱਚ ਸਾਡੇ ਕੋਲ ਜਿਹੜਾ 1000ਵਾਂ ਅੰਕ ਹੈ ਉਹ 2 ਬਣਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ 100ਵੇਂ ਅੰਕਾਂ ਨੂੰ ਜੋੜਾਂਗੇ ਤਾਂ ਇਹ ਸਾਡੇ ਕੋਲ 3 ਆਏਗਾ। 10ਵੇਂ ਅੰਕਾਂ ਨੂੰ ਜਦੋਂ ਅਸੀਂ ਜੋੜਦੇ ਹਾਂ ਤਾਂ 6 ਤੇ 8 ਸਾਡੇ ਕੋਲ 14 ਹੋ ਜਾਂਦੇ ਨੇ। 14 ਦਾ 4 ਅਸੀਂ ਇੱਥੇ ਲਿਖ ਲਵਾਂਗੇ ਔਰ ਇੱਕ ਜਿਹੜਾ ਸਾਡੇ ਕੋਲ ਹਾਸਲ ਹੈ ਉਹ ਅਸੀਂ ਅੱਗੇ ਲੈ ਲਵਾਂਗੇ। ਠੀਕ ਹੈ, ਤਾਂ ਫਿਰ ਇਸ ਤੋਂ ਬਾਅਦ ਸਾਡੇ ਕੋਲ ਦਸ਼ਮਲਵ ਆਏਗਾ। 5 ਤੇ 1 6, 6 ਤੇ 3 ਸਾਡੇ ਕੋਲ 9 ਹੁੰਦੇ ਨੇ। ਇਸ ਤੋਂ ਬਾਅਦ 1 ਜਮਾ 1 ਸਾਡੇ ਕੋਲੇ 2 ਹੋ ਜਾਏਗਾ। ਠੀਕ ਹੈ, ਤਾਂ ਇਸ ਤਰ੍ਹਾਂ ਸਾਡੇ ਕੋਲ ਇਹ ਜਿਹੜਾ ਦਿੱਤਾ ਹੋਇਆ ਸਵਾਲ ਸੀ ਉਹਦੇ ਵਿੱਚ ਜੋ ਦਸ਼ਮਲਵ ਸੰਖਿਆਵਾਂ ਸਾਨੂੰ ਦਿੱਤੀਆਂ ਸੀ ਉਹਨਾਂ ਦਾ ਜੋੜਫਲ ਸਾਡੇ ਕੋਲ ਕੀ ਬਣਿਆ ਹੈ 29.432। ਇਹ ਹੀ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਠੀਕ ਹੈ, ਤਾਂ ਕੱਲ ਵੀ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਵੀ ਤੁਹਾਨੂੰ ਇਹ ਚੀਜ਼ ਦੱਸੀ ਸੀ ਕਿ ਜਦੋਂ ਅਸੀਂ ਦਸ਼ਮਲਵ ਵਾਲੀਆਂ ਸੰਖਿਆਵਾਂ ਦਾ ਜੋੜਫਲ ਕਰਨਾ ਹੈ ਤਾਂ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿ ਹਰ ਸੰਖਿਆ ਦੇ ਵਿੱਚ ਜਿਹੜਾ ਦਸ਼ਮਲਵ ਹੈ ਉਹ ਇੱਕ ਲਾਈਨ ਦੇ ਵਿੱਚ ਹੋਣਾ ਚਾਹੀਦਾ। ਦਸ਼ਮਲਵ ਦੇ ਥੱਲੇ ਹੀ ਅਸੀਂ ਹਮੇਸ਼ਾ ਦਸ਼ਮਲਵ ਨੂੰ ਰੱਖਣਾ ਹੈ। ਉਸ ਤੋਂ ਬਾਅਦ ਜਿਹੜੀਆਂ ਬਾਕੀ ਅੰਕ ਪਿੱਛੇ ਵਾਲੇ ਤੇ ਅੱਗੇ ਵਾਲੇ ਜਿਹੜੇ ਉਸ ਤੋਂ ਬਾਅਦ ਲਿਖਣੇ ਨੇ। ਦਸ਼ਮਲਵ ਨੂੰ ਜ਼ਰੂਰ ਦਸ਼ਮਲਵ ਦੇ ਥੱਲੇ ਹੀ ਰੱਖਣਾ ਹੈ। ਜਿੱਦਾਂ ਅਗਰ ਮੈਂ ਇਸੇ ਸਵਾਲ ਦੇ ਵਿੱਚ ਗੱਲ ਕਰਾਂ ਕਿ ਕੋਈ ਬੱਚਾ ਅਗਰ ਐਵੇਂ ਜੋੜ ਦੇ 15, ਇਸ ਤੋਂ ਬਾਅਦ 0.632 ਔਰ ਇਸ ਤੋਂ ਬਾਅਦ 13.8, ਤਾਂ ਇਹਦਾ ਜੋੜਫਲ ਜਦੋਂ ਕਰੇਗਾ ਤਾਂ ਉਹ ਸਾਡੇ ਕੋਲ ਗਲਤ ਹੋ ਜਾਏਗਾ। ਠੀਕ ਹੈ, ਇਸ ਢੰਗ ਦੇ ਨਾਲ ਆਪਾਂ ਕਦੇ ਵੀ ਨਹੀਂ ਕਰਨਾ। ਸਭ ਤੋਂ ਪਹਿਲਾਂ ਦਸ਼ਮਲਵ ਤੋਂ ਬਾਅਦ ਵਾਲੇ ਅੰਕ ਜਿਹੜੇ ਉਹ ਪੂਰੇ ਕਰਨੇ ਨੇ, ਦਸ਼ਮਲਵ ਤੋਂ ਪਹਿਲਾਂ ਵਾਲੇ ਅੰਕ ਜਿਹੜੇ ਉਹ ਪੂਰੇ ਕਰਨੇ ਨੇ। ਫਿਰ ਅਸੀਂ ਉਹਦੇ ਵਿੱਚ ਜਿਹੜਾ ਫਿਰ ਉਹਨਾਂ ਦਾ ਦਸ਼ਮਲਵ ਦੇ ਥੱਲੇ ਹੀ ਦਸ਼ਮਲਵ ਰੱਖ ਕੇ ਫਿਰ ਸੰਖਿਆਵਾਂ ਦਾ ਜੋੜਫਲ ਜਿਹੜਾ ਆਪਾਂ ਕਰਾਂਗੇ। 1000ਵੇਂ ਅੰਕ ਦੇ ਵਿੱਚ 1000ਵਾਂ ਅੰਕ, 100ਵੇਂ ਅੰਕ ਦੇ ਵਿੱਚ 100ਵਾਂ ਅੰਕ, 10ਵੇਂ ਅੰਕ ਦੇ ਵਿੱਚ 10ਵਾਂ ਅੰਕ, ਫਿਰ ਇਸੇ ਤਰ੍ਹਾਂ ਇਕਾਈ ਦੇ ਅੰਕ ਤੇ ਦਹਾਈ ਦੇ ਅੰਕ ਉਹ ਅਸੀਂ ਜੋੜਦੇ ਜਾਵਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਇਸ ਤੋਂ ਅੱਗੇ ਇਸੇ ਢੰਗ ਦਾ ਅਸੀਂ ਹੋਰ ਸਵਾਲ ਇੱਕ ਕਰਦੇ ਹਾਂ। ਅੱਜ ਦਾ ਸਵਾਲ ਨੰਬਰ 2 ਹੈ ਸਾਡੇ ਕੋਲ 27.000
076 जमा 0.55 जमा 0.004। ठीक है, तो ये सारिया संख्यावां दा आपां की करना है, जोड़फल पता करना है। संख्या साडे कोल है 27.076, इस तो बाद 0.55, फिर साडे कोल 0.004। तो ਇਹਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਜਿਹੜੀਆਂ ਸੰਖਿਆਵਾਂ ਸਾਨੂੰ ਦਿੱਤੀਆਂ ਗਈਆਂ ਨੇ, ਇਹਦੇ ਵਿੱਚ ਹਰ ਸੰਖਿਆ ਦੇ ਵਿੱਚ ਦਸ਼ਮਲਵ ਤੋਂ ਬਾਅਦ ਪਹਿਲੀ ਸੰਖਿਆ ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਬਾਅਦ 3 ਅੰਕ ਨੇ, दूसरी संख्या ਦੇ ਵਿੱਚ ਦਸ਼ਮਲਵ ਤੋਂ ਬਾਅਦ 2 ਅੰਕ ਨੇ, ਫਿਰ ਸਾਡੇ ਕੋਲ ਤੀਸਰੀ ਸੰਖਿਆ ਦੇ ਵਿੱਚ ਵੀ ਦਸ਼ਮਲਵ ਤੋਂ ਬਾਅਦ 3 ਅੰਕ ਨੇ। तो ਇੱਥੇ ਸਾਡੇ ਕੋਲ ਜਿਹੜੇ 2 ਨੇ ਇਹ ਵੀ ਸਾਡੇ ਕੋਲ 3 ਹੋਣੇ ਚਾਹੀਦੇ ਨੇ। ਇਹਦੇ ਲਈ ਅਸੀਂ ਇੱਥੇ ਇੱਕ ਐਕਸਟਰਾ ਜਿਹੜੀ ਆਪਣੇ ਕੋਲੋਂ 0 ਜਿਹੜੀ ਉਹ 0 ਲਗਾ ਲਵਾਂਗੇ। ਠੀਕ ਹੈ, तो ਇਸੇ ਢੰਗ ਦੇ ਨਾਲ ਪਹਿਲੀ ਸੰਖਿਆ ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਪਹਿਲਾਂ 2 ਅੰਕ ਨੇ, ਔਰ ਦੂਜੀ ਤੇ ਤੀਜੀ ਜਿਹੜੀ ਸਾਡੇ ਕੋਲ ਸੰਖਿਆ ਹੈ ਇਹਦੇ ਵਿੱਚ ਦਸ਼ਮਲਵ ਤੋਂ ਪਹਿਲਾਂ ਸਾਡੇ ਕੋਲ ਇੱਕ ਅੰਕ ਹੈ। तो ਇੱਕ ਅੰਕ ਆਪਾਂ ਅੱਗੇ ਜਿਹੜਾ ਆਪਣੇ ਕੋਲੋਂ ਉਹ 0 ਲਗਾ ਸਕਦੇ ਹਾਂ। ठीक है, तो हुण असीं इन्हां दा जोड़फल है जिहड़ा वो कर देंगे। ये साडे कोल बनेगा 27.076, इस तो बाद 00.550, फिर साडे कोल 00.004। ठीक है, तो ये सारिਆਂ ਦਾ जोड़फल जिहड़ा आपां करांगे, सब तो पहला 4 + 6 मेरे कोल 10 हो जाएंगे, 10 ਦੀ 0 इत्थे लिख ली जाएगी, और एक जिहड़ा अगे असीं हासिल ले लवांगे 7 1 8 8 5 13। ठीक, 13 ਦਾ 3 ਸਾਡੇ ਕੋਲ ਇੱਥੇ ਆਏਗਾ, ਇੱਕ ਫਿਰ ਅੱਗੇ ਹਾਸਿਲ ਜਾਏਗਾ, 1 ਤੇ 5 ਇਹ ਸਾਡੇ ਕੋਲ 6 ਹੋ ਜਾਣਗੇ। ਠੀਕ ਹੈ, तो ਹਜ਼ਾਰਵੇਂ ਅੰਕਾਂ ਨੂੰ ਜੋੜਨ ਤੇ ਸਾਡੇ ਕੋਲ 0 ਬਣਿਆ, ਇਸੇ ਤਰ੍ਹਾਂ 100ਵੇਂ ਅੰਕਾਂ ਨੂੰ ਜੋੜਨ ਤੇ ਸਾਡੇ ਕੋਲ 13 ਬਣਿਆ ਸੀ, ਉਹਦਾ 3 ਅਸੀਂ ਲਿਖ ਲਿਆ, ਇੱਕ ਅੱਗੇ ਕੈਰੀ ਕੀਤਾ, ਤੇ 10ਵੇਂ ਅੰਕਾਂ ਨੂੰ ਜੋੜਨ ਤੇ ਸਾਡੇ ਕੋਲ 6 ਪ੍ਰਾਪਤ ਹੋਇਆ। तो ਇਸੇ ਢੰਗ ਦੇ ਨਾਲ ਇਕਾਈ ਦੇ ਸਾਰੇ ਅੰਕ ਆਪਾਂ ਜੋੜਾਂਗੇ ਤਾਂ ਸਾਡੇ ਕੋਲ 7 ਬਣਦਾ ਹੈ, ਔਰ ਦਹਾਈ ਦੇ ਸਾਰੇ ਅੰਕ ਜੋੜਾਂਗੇ ਤਾਂ ਸਾਡੇ ਕੋਲ 2 ਬਣਦਾ ਹੈ। ਸੋ ਕੁੱਲ ਮਿਲਾ ਕੇ ਸਾਡੇ ਕੋਲ ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਕੀ ਬਣਦਾ ਹੈ, 27.630। ठीक है, तो ये साडे कोल इस सवाल का उत्तर है। ठीक है विद्यार्थियों, मैनूं उम्मीद है कि हर चीज़ बहुत चंगे ढंग दे नाल तुसीं कर रहे होवोगे नाल नाल। इस तो बाद एक सवाल आपां इसे ढंग दा होर करांगे। 25.65 25.65 जमा 9.005 जमा 3.7। ठीक है, तो इन्हां नूं भी जदों असीं हुण इन्हां दा जोड़फल करना है, ਜ਼ਰੂਰੀ नहीं कि हर बार ਅਸੀਂ ਜਿਹੜੇ अंक है वो पहली वार ਦੇ ਵਿੱਚ ਹੀ ਆਪਾਂ ਇੱਥੇ ਹੀ ਜਿਹੜੇ ਪੂਰੇ ਕਰਨੇ ਨੇ, ਦਸ਼ਮਲਵ ਤੋਂ ਬਾਅਦ ਵਾਲੇ ਤੇ ਅੱਗੇ ਵਾਲੇ। मैं ਤੁਹਾਨੂੰ ਲਿਖ ਕੇ ਦੱਸਦਾ, ਇਸ ਨੂੰ ਅਸੀਂ ਲਿਖਣ ਤੋਂ ਬਾਅਦ ਵੀ ਐਵੇਂ ਕਰ ਸਕਦੇ ਹਾਂ। ਜਿਵੇਂ ਜਦੋਂ ਹੁਣ ਇਹਨਾਂ ਦਾ ਜੋੜਫਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਮੇਰੇ ਕੋਲ ਆਏਗਾ 25.65। ठीक है, तो इस तो बाद ਜਿਹੜੀ ਦੂਸਰੀ ਸੰਖਿਆ ਹੈ ਉਹ ਹੈ 9.005। तो ਜਦੋਂ ਇਹਨੂੰ ਹੇਠਾਂ ਲਿਖਣਾ ਹੈ, ਇੱਥੇ 2 ਦੇ ਥੱਲੇ 9 ਨਹੀਂ ਆਪਾਂ ਲਿਖਣਾ, ਦਸ਼ਮਲਵ ਦੇ ਥੱਲੇ ਪਹਿਲਾਂ ਅਸੀਂ ਦਸ਼ਮਲਵ ਲਗਾਵਾਂਗੇ, ਉਸ ਤੋਂ ਬਾਅਦ ਜਿਹੜੇ ਅੱਗੇ ਅੰਕ ਨੇ ਉਹ ਇੱਧਰ ਲਿਖ ਲਵਾਂਗੇ, ਜਿਹੜੇ ਪਿੱਛੇ ਅੰਕ ਨੇ ਉਹ ਇਸ ਢੰਗ ਦੇ ਨਾਲ ਲਿਖੇ ਜਾ ਸਕਦੇ। ठीक है, ਇਸੇ ਤਰ੍ਹਾਂ ਜਿਹੜੀ ਤੀਸਰੀ ਸੰਖਿਆ ਹੈ ਸਾਡੇ ਕੋਲ 3.7। ठीक है, 3.7, ਇਹ ਵੀ ਜਿਹੜਾ 3 ਹੈ ਦਸ਼ਮਲਵ ਦੇ ਨੀਚੇ ਪਹਿਲਾਂ ਅਸੀਂ ਦਸ਼ਮਲਵ ਲਗਾਵਾਂਗੇ, ਫਿਰ ਜਿਹੜੀ ਅੱਗੇ ਸੰਖਿਆ ਆਪਾਂ 3 ਲਿਖਾਂਗੇ ਤੇ ਬਾਅਦ 'ਚ ਜਿਹੜੀ ਸੰਖਿਆ 7 ਹੈ ਉਹ ਲਿਖਾਂਗੇ। ਹੁਣ ਜਿੱਥੇ ਜਿੱਥੇ ਵੀ ਸਾਡੇ ਕੋਲ ਅੰਕ ਘੱਟ ਨੇ ਉਹਨਾਂ ਨੂੰ ਅਸੀਂ 0 ਲਗਾ ਕੇ ਪੂਰੇ ਕਰ ਸਕਦੇ ਹਾਂ। ਜਿੱਦਾਂ ਇੱਥੇ ਇਹ ਵਾਲੇ ਸਥਾਨਾਂ ਤੇ ਸਾਡੇ ਕੋਲ 0 ਆ ਜਾਏਗਾ, 6 5 ਸੀ, 6 5 ਦੇ ਪਿੱਛੇ 0 ਆ ਜਾਏਗਾ, ਇੱਥੇ ਸਾਡੇ ਕੋਲ 7 ਤੋਂ ਬਾਅਦ 2 ਸਿਫਰਾਂ ਜਿਹੜੀਆਂ ਉਹ ਆ ਜਾਣਗੀਆਂ। ਠੀਕ ਹੈ, ਹੁਣ ਅਸੀਂ ਇਹਨਾਂ ਦਾ ਜੋੜਫਲ ਜਿਹੜਾ ਉਹ ਕਰ ਸਕਦੇ ਹਾਂ ਉਸੇ ਢੰਗ ਦੇ ਨਾਲ ਜਿਵੇਂ ਪਹਿਲਾਂ ਕਰਕੇ ਆਏ ਹਾਂ। ਸਭ ਤੋਂ ਪਹਿਲਾਂ ਅਸੀਂ ਹਜ਼ਾਰਵੇਂ ਅੰਕ ਜਿਹੜੇ ਉਹ ਜੋੜਾਂਗੇ, ਸਾਡੇ ਕੋਲ 5 ਬਣਦੇ ਨੇ। ਇਸ ਤੋਂ ਬਾਅਦ 100ਵੇਂ ਅੰਕਾਂ ਦੇ ਵਿੱਚ ਵੀ ਸਾਡੇ ਕੋਲ 5 ਬਣਦਾ ਹੈ, ਔਰ 10ਵੇਂ ਅੰਕ ਜਿਹੜੇ ਸਾਡੇ ਕੋਲ ਨੇ ਉਹਨਾਂ ਦਾ ਜੋੜਫਲ ਸਾਡੇ ਕੋਲ 7 6 13 ਬਣਦਾ ਹੈ। 3 ਸਾਡੇ ਕੋਲ ਇੱਥੇ ਲਿਖੇ ਜਾਣਗੇ, ਇਸ ਤੋਂ ਬਾਅਦ ਦਸ਼ਮਲਵ ਆਏਗਾ ਜੋ 1 ਹੈ 13 ਦਾ, ਉਹ ਅੱਗੇ ਅਸੀਂ ਹਾਸਲ ਲੈ ਲਵਾਂਗੇ। 5 ਤੇ 1 ਸਾਡੇ ਕੋਲ 6 ਬਣ ਜਾਏਗਾ, 6 ਤੇ 9 ਜਿਹੜੇ ਉਹ ਸਾਡੇ ਕੋਲ ਹੁੰਦੇ ਨੇ 15 15 ਤੇ 3 18 18 ਦਾ 8 ਅਸੀਂ ਇੱਥੇ ਲਿਖ ਲਵਾਂਗੇ। ठीक है, और ਜਿਹੜਾ 1 ਹੈ ਉਹ ਅੱਗੇ ਹਾਸਲ ਲਵਾਂਗੇ। तो 2 ਤੇ 1 ਸਾਡੇ ਕੋਲ ਦਹਾਈ ਦੇ ਅੰਕਾਂ ਨੂੰ ਜੋੜਨ ਤੇ ਸਾਡੇ ਕੋਲ 3 ਬਣਦਾ ਹੈ। ठीक है विद्यार्थियों, ठीक है, तो ਇਹਦੇ ਵਿੱਚ ਮੇਨ ਜਿਸ ਚੀਜ਼ ਦਾ ਖਿਆਲ ਰੱਖਣਾ ਉਹ ਤੁਸੀਂ ਸਾਰਿਆਂ ਨੇ ਆਪਣੇ ਧਿਆਨ ਦੇ ਵਿੱਚ ਰੱਖਣੀ ਹੈ ਕਿ ਜੋੜ ਕਰਨ ਵੇਲੇ ਦਸ਼ਮਲਵ ਦੇ ਥੱਲੇ ਹੀ ਸੰਖਿਆਵਾਂ ਦਾ ਦਸ਼ਮਲਵ ਜਿਹੜਾ ਉਹ ਰਹਿਣਾ ਚਾਹੀਦਾ ਹੈ। ठीक है,
ਸੋ ਆਓ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਆਪਾਂ ਉਹ ਕਰਦੇ ਹਾਂ, ਸ਼ਾਬਦਿਕ ਸਮੱਸਿਆ ਜਿਹੜੀ ਹੈ ਉਹ ਦਸ਼ਮਲਵ ਦੇ ਜੋੜਫਲ ਦੀ ਆਪਾਂ ਕਰਦੇ ਹਾਂ, ਦਸ਼ਮਲਵ ਦੀਆਂ ਸੰਖਿਆਵਾਂ ਦਾ ਜੋੜਫਲ। ਸੋ ਬੱਚਿਓ ਅਗਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਸੈਮਸਨ ਨੇ 5 ਕਿਲੋਮੀਟਰ 52 ਮੀਟਰ ਦੀ ਦੂਰੀ ਬੱਸ ਰਾਹੀਂ, 2 ਕਿਲੋਮੀਟਰ 265 ਮੀਟਰ ਦੀ ਦੂਰੀ ਕਾਰ ਰਾਹੀਂ ਅਤੇ ਬਾਕੀ 1 ਕਿਲੋਮੀਟਰ 30 ਮੀਟਰ ਪੈਦਲ ਚੱਲ ਕੇ ਤੈਅ ਕੀਤੀ। ਉਸਨੇ ਕੁੱਲ ਕਿੰਨੀ ਦੂਰੀ ਤੈਅ ਕੀਤੀ? ਸੈਮਸਨ ਨੇ ਕੁਝ ਦੂਰੀ ਜਿਹੜੀ ਉਹ ਬੱਸ ਦੇ ਵਿੱਚ ਤੈਅ ਕੀਤੀ 5 ਕਿਲੋਮੀਟਰ 52 ਮੀਟਰ, ਔਰ ਕੁਝ ਦੂਰੀ ਜਿਹੜੀ 2 ਕਿਲੋਮੀਟਰ 265 ਮੀਟਰ ਹੈ ਉਹ ਉਸਨੇ ਕਾਰ ਰਾਹੀਂ ਤੈਅ ਕੀਤੀ, ਔਰ ਇਸ ਤੋਂ ਇਲਾਵਾ ਕੁਝ ਦੂਰੀ ਜਿਹੜੀ 1 ਕਿਲੋਮੀਟਰ 30 ਮੀਟਰ ਦੀ ਸੀ ਉਹ ਉਸਨੇ ਪੈਦਲ ਚੱਲ ਕੇ ਤੈਅ ਕੀਤੀ। ਤੋ ਇਹਦੇ 'ਚ ਅਸੀਂ ਕੁੱਲ ਦੂਰੀ ਉਹਨੇ ਕਿੰਨੀ ਤੈਅ ਕੀਤੀ ਉਹ ਅਸੀਂ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਬੱਸ ਦੁਆਰਾ ਤੈਅ ਕੀਤੀ ਦੂਰੀ, ਫਿਰ ਕਾਰ ਦੁਆਰਾ ਤੈਅ ਕੀਤੀ ਦੂਰੀ, ਫਿਰ ਉਸ ਤੋਂ ਬਾਅਦ ਪੈਦਲ ਚੱਲ ਕੇ ਤੈਅ ਕੀਤੀ ਦੂਰੀ, ਤੇ ਸਾਰਿਆਂ ਦਾ ਅਸੀਂ ਜੋੜਫਲ ਜਿਹੜਾ ਉਹ ਪਤਾ ਕਰਾਂਗੇ। ਉਹ ਸਾਡੇ ਕੋਲ ਸੈਮਸਨ ਦੁਆਰਾ ਕੁੱਲ ਤੈਅ ਕੀਤੀ ਦੂਰੀ ਸਾਡੇ ਕੋਲ ਆ ਜਾਏਗੀ। ਠੀਕ ਹੈ, ਤਾਂ ਇਹਨੂੰ ਸ਼ੁਰੂ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ। ਸੋ ਬੱਸ ਦੁਆਰਾ ਤੈਅ ਕੀਤੀ ਗਈ ਦੂਰੀ, ਬੱਸ ਦੁਆਰਾ ਤੈਅ ਕੀਤੀ ਗਈ ਦੂਰੀ। ਹਾਂਜੀ, ਬੱਸ ਦੁਆਰਾ ਬੱਚਿਓ ਕਿੰਨੀ ਦੂਰੀ ਤੈਅ ਕੀਤੀ? 5 ਕਿਲੋਮੀਟਰ 52 ਮੀਟਰ, 5 ਕਿਲੋਮੀਟਰ ਤੇ 52 ਮੀਟਰ। ਠੀਕ ਹੈ, ਤਾਂ ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਜਿਹੜਾ ਮੀਟਰ ਹੈ ਉਹਨੂੰ ਅਸੀਂ ਕਿਲੋਮੀਟਰ ਦੇ ਵਿੱਚ ਬਦਲਾਂਗੇ। ਮੀਟਰ ਨੂੰ ਕਿਲੋਮੀਟਰ ਦੇ ਵਿੱਚ ਬਦਲਣ ਵਾਸਤੇ ਸਾਡੇ ਕੋਲ ਕੀ ਫਾਰਮੂਲਾ ਹੁੰਦਾ ਹੈ? ਅਗਰ ਸਾਡੇ ਕੋਲ 1 ਮੀਟਰ ਹੈ, 1 ਕਿਲੋਮੀਟਰ ਦੇ ਵਿੱਚ ਸਾਡੇ ਕੋਲ 1 ਕਿਲੋਮੀਟਰ ਦੇ ਵਿੱਚ ਸਾਡੇ ਕੋਲ 1000 ਮੀਟਰ ਜਿਹੜੇ ਉਹ ਬਣਦੇ ਨੇ। ਠੀਕ ਹੈ, ਤਾਂ ਅਗਰ ਅਸੀਂ 1 ਮੀਟਰ ਤੋਂ ਕਿਲੋਮੀਟਰ 'ਚ ਜਾਣਾ ਹੋਵੇ ਤਾਂ 1/1000 ਕਿਲੋਮੀਟਰ ਬਣਦੇ ਨੇ। ਠੀਕ ਹੈ, ਭਾਵ ਕਿ ਅਗਰ ਕਿਲੋਮੀਟਰ ਤੋਂ ਮੀਟਰ ਦੇ ਵਿੱਚ ਜਾਣਾ ਹੋਵੇ ਤਾਂ ਸਾਨੂੰ 1000 ਦੇ ਨਾਲ ਗੁਣਾ ਕਰਨੀ ਪੈਂਦੀ ਹੈ। ਅਗਰ ਅਸੀਂ ਕਿਲੋਮੀਟਰ ਤੋਂ ਮੀਟਰ ਵਿੱਚ ਜਾਣਾ ਹੋਵੇ ਤਾਂ ਸਾਨੂੰ 1000 ਦੇ ਨਾਲ ਗੁਣਾ ਕਰਨੀ ਪੈਂਦੀ ਹੈ। ਅਗਰ ਅਸੀਂ ਮੀਟਰ ਤੋਂ ਕਿਲੋਮੀਟਰ ਵੱਲ ਜਾਣਾ ਹੋਵੇ ਫਿਰ ਸਾਨੂੰ 1000 ਦੇ ਨਾਲ ਭਾਗ ਕਰਨੀ ਪੈਂਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਹੁਣ ਅਸੀਂ ਜਿਹੜਾ 52 ਮੀਟਰ ਹੈ ਉਹਨੂੰ ਕਿਲੋਮੀਟਰ 'ਚ ਕਨਵਰਟ ਕਰਨਾ ਹੈ, ਉਹਨੂੰ ਕਿਲੋਮੀਟਰ ਦੇ ਵਿੱਚ ਬਦਲਣਾ ਹੈ, ਤਾਂ ਸਾਨੂੰ 52 ਨੂੰ 1000 ਦੇ ਨਾਲ ਭਾਗ ਕਰਨੀ ਪਏਗੀ। ਇਹ ਸਾਡੇ ਕੋਲ ਬਣੇਗਾ 5 ਕਿਲੋਮੀਟਰ ਜਮਾ 52/1000 ਕਿਲੋਮੀਟਰ। ਠੀਕ ਹੈ, ਜਦੋਂ ਅਸੀਂ 52 ਨੂੰ 1000 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਮੀਟਰ ਤੋਂ ਕਿਲੋਮੀਟਰ ਦੇ ਵਿੱਚ ਬਦਲ ਜਾਏਗਾ, ਜੋ ਕਿ ਸਾਡੇ ਕੋਲ ਬਣ ਜਾਏਗਾ 5 ਕਿਲੋਮੀਟਰ ਜਮਾ 52 ਨੂੰ ਜਦੋਂ ਤੁਸੀਂ 1000 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 1 ਦੇ ਨਾਲ ਇੱਥੇ 3 ਜ਼ੀਰੋਆਂ ਨੇ, ਕਹਿਣ ਦਾ ਭਾਵ ਹੈ 52 ਦੇ ਵਿੱਚ ਅਸੀਂ ਪਿੱਛੇ ਤੋਂ ਅੰਕ ਜਿਹੜੇ ਗਿਣਨੇ ਸ਼ੁਰੂ ਕਰਾਂਗੇ ਔਰ 3 ਅੰਕਾਂ ਤੋਂ ਬਾਅਦ ਦਸ਼ਮਲਵ ਲਗਾਵਾਂਗੇ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ 2 ਹੈ, 2 ਤੋਂ ਬਾਅਦ ਸਾਡੇ ਕੋਲ 5 ਹੈ, 5 ਤੋਂ ਬਾਅਦ 2 ਅੰਕ ਹੋਏ ਨੇ, ਤੇ 1 ਅੰਕ ਜਿਹੜਾ ਘਟਦਾ ਉਹਨੂੰ ਪੂਰਾ ਕਰਨ ਲਈ ਅਸੀਂ ਇੱਥੇ 3 ਲਗਾ ਲਵਾਂਗੇ। 3 ਦੇ ਅੱਗੇ ਅਸੀਂ ਇੱਕ ਦਸ਼ਮਲਵ ਜਿਹੜਾ ਉਹ ਲਗਾਵਾਂਗੇ। ਠੀਕ ਹੈ, ਤਾਂ ਦਸ਼ਮਲਵ ਤੋਂ ਅੱਗੇ ਵੀ ਸਾਨੂੰ ਇੱਕ ਜ਼ੀਰੋ ਜਿਹੜਾ ਉਹ ਲਗਾਉਣਾ ਪਏਗਾ। ਇਸ ਤਰ੍ਹਾਂ 52 ਮੀਟਰ ਜਿਹੜਾ ਹੈ ਸਾਡੇ ਕੋਲ ਉਹ 0.052 0.052 ਦੇ ਵਿੱਚ 2 ਕਿਲੋਮੀਟਰ ਦੇ ਵਿੱਚ ਬਦਲ ਜਾਂਦਾ ਹੈ। ਠੀਕ ਹੈ, ਤਾਂ ਇਹਨਾਂ ਦੋਨਾਂ ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 5 ਕਿਲੋਮੀਟਰ 5.052 ਕਿਲੋਮੀਟਰ ਬਣ ਜਾਏਗਾ। ਸੋ ਇਸੇ ਤਰ੍ਹਾਂ ਇਸ ਤੋਂ ਬਾਅਦ ਕਾਰ ਦੁਆਰਾ ਤੈਅ ਕੀਤੀ ਦੂਰੀ ਆਪਾਂ ਲਿਖਾਂਗੇ। ਹਾਂਜੀ, ਕਾਰ ਦੁਆਰਾ ਤੈਅ ਕੀਤੀ ਦੂਰੀ, ਹਾਂਜੀ, तो कार द्वारा जी दूरी तय की है वो की गई है 2 किलोमीटर 265 मीटर, 2 किलोमीटर 265 मीटर। ठीक है, ठीक है, तो 2 किलोमीटर और 265 मीटर है, इनू किलोमीटर विच कन्वर्ट करने लई असीं 265 नूं 1000 दे नाल भाग करांगे, साडे कोल किलोमीटर बन जाएगा। ठीक है, तो ये साडे कोल बनेगा 2 किलोमीटर जमा
0.265 किलोमीटर। ठीक, तो ये साडे कोल बन जाता है 2.265 किलोमीटर। ये साडे कोल बन गई कार द्वारा तय की गई दूरी। इस तो बाद हुण असीं लिखांगे पैदल तय की गई दूरी। सैमसन द्वारा पैदल तय की गई दूरी। पैदल सैमसन ने 1 किलोमीटर 30 मीटर जिहड़ा वो तय किया रास्ता। 1 किलोमीटर 30 मीटर। ठीक है, तो हुण असीं मीटर नूं किलोमीटर च कन्वर्ट करन वास्ते बदलण वास्ते बिल्कुल उसे ढंग दे नाल जिवें पिछले केस दे विच आपां करके आए हां, की करांगे असीं 30 नूं 1000 दे नाल भाग कर देंगे, तो ये भी साडे कोल किलोमीटर बन जाएगा। ठीक, तो ये साडे कोल बनेगा 1 किलोमीटर जमा, हाँ जी, 30 नूं जदों असीं 1000 दे नाल भाग करांगे ये साडे कोल 0.030 किलोमीटर बनेगा। ठीक है, तो ये साडे कोल टोटल बन जाता है 1.030 किलोमीटर। ठीक है विद्यार्थियों, तो इस तरह सानू जिहड़ी दूरी पैदल तय की वो भी सानू किलोमीटर दे विच पता लग गई 1.030 ते कार द्वारा तय की दूरी 2.265 ते बस द्वारा तय की दूरी 5.052। तो ये सारिਆਂ ਦਾ ਜਦੋਂ ਅਸੀਂ जोड़ करांगे तो साडे कोल कुल जिहड़ी दूरी तय की सैमसन ने वो पता चल जाएगी। ठीक है, तो आओ लिखते हैं असीं इस तरह कुल तय की दूरी। इस तरह कुल तय की दूरी। हाँ जी, कुल जिहड़ी दूरी तय की उहदे विच हुण सारियां जिहड़ियां कीमतां सी उपर पता कीतीआं ने। सब तो पहला 5.052, फिर इहदे च असीं जोड़ांगे 2.265। ये साडे कोल दूरी जिहड़ी कार द्वारा तय की गई सी। इस तो बाद साडे कोल जो पैदल दूरी तय की गई सी 1.030। ठीक है, तो ये सारिਆਂ ਨੂੰ ਜਦੋਂ ਅਸੀਂ जोड़ देंगे तो साडे कोल जिहड़ा कुल तय की दूरी पता चल जाएगी। ठीक है, तो जोड़न दे लिए असीं की करदे इत्थे 5.052 ਇਹਦੇ ਵਿੱਚ ਅਸੀਂ जोड़ांगे 2.265 और 1.030। ठीक है विद्यार्थियों, दशमलव के थले दशमलव रखना है असी। दशमलव के हेठां ही दशमलव साडे कोल आना चाहिए जोड़ वेले। हुण सब तो पहला असी हज़ारवें अंक ने जिहड़े वो जोड़ांगे तो 5 ते 2 साडे कोल 7 बन जाएगा। इसी तरह 6 5 11, 11 ते 3 14, 14 का 4 इत्थे आ जाएगा, 1 हासिल जाएगा अगे, तो 2 ते 1 साडे कोल 3 बनते हैं। ठीक, उस तो बाद 5 ते 2 7, 7 ते 1 8। ठीक है, तो इस तरह साडे कोल जिहड़ी कुल तय की दूरी है वो 8.347 किलोमीटर बनती है। भाव के सैमसन ने जिहड़ी कुल दूरी तय की है वो 8 किलोमीटर 347 मीटर है। ठीक है, इस तरह सैमसन द्वारा कुल तय की गई दूरी 8.347 किलोमीटर है। ठीक है विद्यार्थियों, तो इस तरह असी इस ढंग का सवाल जिहड़ा है वो हल कर सकते हैं।
ठीक है, तो आओ इस तो बाद अगला सवाल ਜਿਹੜਾ ਉਹ ਅਸੀਂ ਦੇਖਦੇ ਹਾਂ। ਇਸ ਤੋਂ ਬਾਅਦ ਵਿਦਿਆਰਥੀਓ ਅਗਲਾ ਸਵਾਲ ਸਾਡੇ ਕੋਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਰਾਹੁਲ ਨੇ 4 ਕਿਲੋਗ੍ਰਾਮ 90 ਗ੍ਰਾਮ ਸੇਬ 2 ਕਿਲੋਗ੍ਰਾਮ 60 ਗ੍ਰਾਮ ਅੰਗੂਰ ਅਤੇ 5 ਕਿਲੋਗ੍ਰਾਮ 300 ਗ੍ਰਾਮ ਅੰਬ ਖਰੀਦੇ ਗਏ ਸਾਰੇ ਫਲਾਂ ਦਾ ਕੁੱਲ ਵਜ਼ਨ ਪਤਾ ਕਰੋ। ਠੀਕ ਹੈ, तो ਇਹਦੇ ਸਭ ਤੋਂ ਪਹਿਲਾਂ ਆਪਾਂ ਰਾਹੁਲ ਦੁਆਰਾ ਜਿਹੜੇ ਫਰੂਟ ਖਰੀਦੇ ਗਏ ਨੇ ਉਹਨੂੰ ਅਸੀਂ ਸਾਰਿਆਂ ਨੂੰ ਕਿਲੋਗ੍ਰਾਮ ਦੇ ਵਿੱਚ ਬਦਲਾਂਗੇ। ਜੋ ਗ੍ਰਾਮ ਦੇ ਵਿੱਚ ਇਹਨਾਂ ਦਾ ਪੋਰਸ਼ਨ ਹੈ 90 ਗ੍ਰਾਮ 60 ਗ੍ਰਾਮ ਜਾਂ 300 ਗ੍ਰਾਮ, ਇਹਨੂੰ ਵੀ ਅਸੀਂ ਕਿਲੋਗ੍ਰਾਮ 'ਚ ਬਦਲਾਂਗੇ ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਪਿਛਲੇ ਸਵਾਲ ਦੇ ਵਿੱਚ ਮੀਟਰਾਂ ਨੂੰ ਕਿਲੋਮੀਟਰਾਂ ਦੇ ਵਿੱਚ ਬਦਲਿਆ ਸੀ, ਉਸੇ ਢੰਗ ਦੇ ਨਾਲ ਆਪਾਂ ਇਹ ਕਰਾਂਗੇ। ਠੀਕ ਹੈ, तो आओ देखते हैं हल। हाँ जी, सब तो पहला सेबां ਦਾ ਵਜ਼ਨ ਆਪਾਂ ਦੇਖਦੇ ਹਾਂ। ਸੇਬਾਂ ਦਾ ਵਜ਼ਨ ਸਾਡੇ ਕੋਲ ਹੈ 4 ਕਿਲੋਗ੍ਰਾਮ ਅਤੇ 90 ਗ੍ਰਾਮ। ਠੀਕ, तो 90 ਗ੍ਰਾਮ ਨੂੰ ਜਦੋਂ ਅਸੀਂ ਕਿਲੋਗ੍ਰਾਮ ਦੇ ਵਿੱਚ ਬਦਲਾਂਗੇ ਇਹਨੂੰ ਅਸੀਂ 1000 ਦੇ ਨਾਲ ਭਾਗ ਕਰਾਂਗੇ। ਇਹ ਸਾਡੇ ਕੋਲ 4 ਕਿਲੋਗ੍ਰਾਮ प्लस 90 बटा 1000 किलोग्राम बन जाएगा 1000 किलोग्राम। ठीक है, तो ये साडे कोल 4 किलोग्राम तो पूरे ने। 90 ਨੂੰ ਜਦੋਂ ਅਸੀਂ 1000 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 0.090 ਜਿਹੜਾ ਬਣ ਜਾਂਦਾ ਹੈ ਕਿਲੋਗ੍ਰਾਮ। तो ये साडे कोल कुल ਜਿਹੜਾ ਸੇਬਾਂ ਦਾ ਵਜ਼ਨ ਹੈ ਉਹ 4.090 किलोग्राम बन ਜਾਂਦਾ है। ठीक, इस तो बाद ਅਸੀਂ ਦੇਖਾਂਗੇ ਅੰਗੂਰਾਂ ਦਾ ਵਜ਼ਨ। ਹਾਂਜੀ, ਅੰਗੂਰਾਂ ਦਾ ਵਜ਼ਨ ਅੰਗੂਰਾਂ ਦਾ ਵਜ਼ਨ ਸਾਡੇ ਕੋਲ ਹੋ ਜਾਂਦਾ ਹੈ 2 ਕਿਲੋਗ੍ਰਾਮ 60 ਗ੍ਰਾਮ। दो किलोग्राम 60 ग्राम। तो ਇਹਦੇ ਵਿੱਚ ਵੀ 60 ਗ੍ਰਾਮ ਨੂੰ ਜਦੋਂ ਅਸੀਂ ਕਿਲੋਗ੍ਰਾਮਾਂ ਦੇ ਵਿੱਚ ਬਦਲਾਂਗੇ ਤਾਂ ਇਹਨੂੰ ਸਾਨੂੰ 1000 ਦੇ ਨਾਲ ਭਾਗ ਕਰਨਾ ਪਏਗਾ ਜਮਾ 60 बटा 1000 किलोग्राम। ठीक, तो 60 बटा 1000 ये भी साढ़े कोल 0.060 बन जाएगा 60। तो ये साढ़े कोल 2 किलोग्राम जमा 0.060 किलोग्राम बनेगा। तो टोटल ਜਿਹੜਾ ਸਾਡੇ ਕੋਲ ਅੰਗੂਰਾਂ ਦਾ ਵਜ਼ਨ ਹੈ ਕਿਲੋਗ੍ਰਾਮਾਂ ਦੇ ਵਿੱਚ ਉਹ ਸਾਡੇ ਕੋਲ ਬਣ ਜਾਂਦਾ ਹੈ 2.060 किलोग्राम। ठीक है, तो इस तो बाद ਅਸੀਂ ਪਤਾ ਕਰਨਾ ਹੈ ਅੰਬਾਂ ਦਾ ਜਿਹੜਾ ਸਾਡੇ ਕੋਲ ਵਜ਼ਨ ਹੈ ਉਹ 5 ਕਿਲੋਗ੍ਰਾਮ 300 ਗ੍ਰਾਮ ਹੈ। ਇਸ ਤੋਂ ਬਾਅਦ ਅੰਬਾਂ ਦਾ ਵਜ਼ਨ अंबा का वजन है साढ़े कोल 5 किलोग्राम 300 ग्राम। 5 किलोग्राम 300 ग्राम। तो ਇਹਦੇ ਵਿੱਚ ਵੀ ਜਿਹੜਾ ਗ੍ਰਾਮ ਹੈ ਉਹਨੂੰ ਅਸੀਂ ਕਿਲੋਗ੍ਰਾਮ ਦੇ ਵਿੱਚ ਬਦਲ ਲਵਾਂਗੇ। ਉਹਦੇ ਲਈ ਸਾਨੂੰ 300 ਨੂੰ 1000 ਦੇ ਨਾਲ ਭਾਗ ਕਰਨਾ ਪਏਗਾ।
तो ये साडे कोल बन जाएगा 5 किलोग्राम जमा 0.300 किलोग्राम। ठीक, तो कुल जिहड़ा अंबां दा वजन है वो साडे कोल कितना हो गया 5.300 किलोग्राम। ठीक है प्यारे बच्चों, तो सब तो पहला ਅਸੀਂ ਜਿਹੜਾ ਸੇਬਾਂ ਦਾ ਵਜ਼ਨ ਪਤਾ ਕੀਤਾ ਸੀ ਉਹ ਸਾਡੇ ਕੋਲ 4.090 ਕਿਲੋਗ੍ਰਾਮ ਹੋਇਆ। ਫਿਰ ਅੰਗੂਰਾਂ ਦਾ ਵਜ਼ਨ ਸਾਡੇ ਕੋਲ 2.060 ਹੋਇਆ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਅੰਬਾਂ ਦਾ ਵਜ਼ਨ ਹੈ ਉਹ 5.300 ਕਿਲੋਗ੍ਰਾਮ ਹੋਇਆ। ਤੋਂ ਅਸੀਂ ਹੁਣ ਕੁੱਲ ਜਿਹੜਾ ਫਲਾਂ ਦਾ ਵਜ਼ਨ ਹੈ ਉਹ ਅਸੀਂ ਪਤਾ ਕਰਨ ਲਈ ਇਹ ਤਿੰਨੋਂ ਹੀ ਜਿਹੜੇ ਸਾਡੇ ਕੋਲ ਵਜ਼ਨ ਆਏ ਨੇ ਇਹਨਾਂ ਨੂੰ ਅਸੀਂ ਜੋੜ ਦਿਆਂਗੇ। ਠੀਕ ਹੈ, ਤੋਂ ਇਸ ਤਰ੍ਹਾਂ ਖਰੀਦੇ ਗਏ ਕੁੱਲ ਫਲਾਂ ਦਾ ਵਜ਼ਨ, खरीदे गए कुल फलों का वजन। हाँ जी, ਉਹਦੇ ਲਈ ਕੀ ਕਰਨਾ ਆਪਾਂ ਸਭ ਦਾ ਜੋੜ ਕਰਾਂਗੇ। ਸਭ ਤੋਂ ਪਹਿਲਾਂ ਸੇਬਾਂ ਦਾ ਵਜ਼ਨ ਸਾਡੇ ਕੋਲ ਸੀ 4.090। ਫਿਰ ਇਸ ਤੋਂ ਬਾਅਦ ਅੰਗੂਰਾਂ ਦਾ ਵਜ਼ਨ ਸਾਡੇ ਕੋਲ ਸੀ 2.060। ਇਸ ਤੋਂ ਬਾਅਦ ਸਾਡੇ ਕੋਲ ਅੰਬਾਂ ਦਾ ਵਜ਼ਨ ਸੀ 5.300। ਠੀਕ ਹੈ, तो ये सब का जोड़फल आप करांगे तो तुसीं देख सकते हो कि दशमलव तो बाद साडे कोल अंक जिहड़े अंकां दी गिणती वो हर संख्या दे विच बराबर है। पहलां वाली संख्या अंकां दी गिणती भी साडे कोल बराबर है और दशमलव के नीचे ही असीं दशमलव जिहड़ा हेठां ही लिखिया है। ठीक है, तो सब तो पहला हज़ारवें अंकां नूं जदों असीं जोड़ांगे तो साडे कोल जीरो ने सारे, तो इत्थे साडे कोल नीचे जीरो ही आएगा, सिफर ही आएगा। 9 ते 6 साडे कोल 15 बनते हैं, 15 का 5 साडे कोल इत्थे आएगा, एक जिहड़ा वो असीं अगे आंसर लवांगे। तो 10वें अंकां नूं जोड़न ते साडे कोल 3 ते 1 ये बनता है 4। इस तो बाद दशमलव साडे कोल आएगा, फिर साडे कोल 4 ते 2 6, 6 ते 5 11 जिहड़ा बनता है। ठीक है, तो इस तरह असीं कह सकते हैं कि सारे फलों का जिहड़ा कुल वजन है वो साडे कोल कितना है 11.450 किलोग्राम। ठीक है, तो खरीदे गए फलों का कुल वजन इसलिए खरीदे गए फलों का कुल वजन 11.450 किलोग्राम है। ठीक है, तो इसे नूं अगर असी अगे ग्रामां दे विच भी बदलना होवे तां इनू असी 11 किलोग्राम कह सकते हैं ते नाल जिहड़ा साडे कोल 450 मतलब 450 ग्राम लिखिया जा सकता है। ठीक है विद्यार्थियों, तो ये साडे कोल इस सवाल का उत्तर है। मैनूं उम्मीद है कि सारे सवाल नूं तुसीं बहुत चंगी तरह देखिया होएगा, नोट किया होएगा ते समझा भी होएगा। इसी तरह इस तरह का कोई भी साडे कोल सवाल है, चाहे वो किलोग्राम की गल है, चाहे मीटरां की गल है, चाहे किलो लीटरां की गल है, ठीक है, वो सब नूं असीं इसे ही ढंग दे नाल हल कर सकते हैं। ठीक, ठीक है विद्यार्थियों, मैनू पूरी उम्मीद है कि अज की क्लास दे विच जो असी डिस्कस किया है, जो पॉइंट असी डिस्कस किए हैं, जो सवाल असी हल किए हैं, हर एक सवाल नूं बहुत चंगे ढंग दे नाल तुसीं समझिया होएगा ते अपनी नोटबुक ते नोट भी किया होएगा। ठीक है विद्यार्थियों, तो इस तो बाद हुण आपां नैक्सट लैक्चर दे विच नैक्सट टॉपिक दे नाल फिर दोबारा मिलांगे। उदों तक सत श्री अकाल।